हाँ जी, हुण आपां देखदे हां वर्ण जां अक्खर। वर्ण जां अक्खर, वर्ण ਕੀ ਨੇ ਜਿਵੇਂ ਆਪਣੇ ਕੋਲ ਮੰਮਾ, ਪੱਪਾ, ਕੱਕਾ, ਲੱਲਾ, ਤੱਤਾ ਇਹ ਸਾਰੇ ਕੀ ਨੇ ਅੱਖਰ। ਵਰਨ ਜਾਂ ਅੱਖਰ ਵਿੱਚ ਮੰਮਾ, ਪੱਪਾ, ਕੱਕਾ, ਲੱਲਾ, ਤੱਤਾ ਇਹ ਕੀ ਆ ਸਾਰੇ ਆਪਣੇ ਕੋਲ ਅੱਖਰ ਹੈ। ਤੇ ਲਗਾ ਕਿਹੜੀਆਂ ਨੇ? ਮੁਕਤਾ, ਕੰਨਾ, ਸਿਆਰੀ, ਔਂਕੜ, ਦਲੈਂਕੜ, ਲਾ, ਦਲਾਮਾ, ਹੋੜਾ, ਕਨੌੜਾ ਇਹ ਸਾਰੇ ਕੀ ਨੇ ਆਪਣੇ ਕੋਲ ਲਗਾ ਜਾਂ ਮਾਤਰਾਵਾਂ। ਕਿੰਨੀਆਂ ਨੇ ਇਹ ਆਪਣੇ ਕੋਲ? 10। ਤੇ ਉਸ ਤੋਂ ਬਾਅਦ ਕੀ ਆਪਣੇ ਕੋਲ ਲਗਾਖਰ। ਲਗਾਖਰ ਕਿੰਨੇ ਨੇ? 3। ਕਿੰਨੇ ਨੇ ਲਗਾਖਰ ਆਪਣੇ ਕੋਲ? 3। ਬਿੰਦੀ, ਟਿੱਪੀ, ਅੱਧਕ। ਤੇ ਉਸ ਤੋਂ ਬਾਅਦ ਕੀ ਆਪਣੇ ਕੋਲ ਅਰਧ ਸਵਰ। ਅਰਧ ਸਵਰ ਮੀਨਸ ਦੁੱਤ ਅੱਖਰ। ਅਰਧ ਸਵਰ ਮੀਨਸ ਦੁੱਤ ਅੱਖਰ ਕਿੰਨੇ ਆ? 3। ਕਿਹੜੇ ਕਿਹੜੇ ਆ? ਜਿਹੜੇ ਆਪਾਂ ਦੂਸਰੇ ਵਰਨ ਦੇ ਪੈਰ ਵਿੱਚ ਪਾਉਂਦੇ ਆ। ਅਰਧ ਸਵਰ ਮੀਨਸ ਦੁੱਤ ਅੱਖਰ ਜਿਹੜੇ ਅਸੀਂ ਦੂਸਰੇ ਅੱਖਰ ਜਾਂ ਦੂਸਰੇ ਵਰਨ ਦੇ ਪੈਰ ਵਿੱਚ ਪਾਉਂਦੇ ਹਾਂ। ਜਿਵੇਂ ਹਾਹਾ ਦੂਸਰੇ ਵਰਨ ਦੇ ਪੈਰ ਵਿੱਚ ਪੈਂਦਾ ਹੈ। ਰਾਰਾ ਦੂਸਰੇ ਵਰਨ ਦੇ ਪੈਰ ਵਿੱਚ ਪਾਇਆ ਜਾਂਦਾ। ਵਾਵਾ ਦੂਸਰੇ ਵਰਨ ਦੇ ਪੈਰ ਵਿੱਚ ਪਾਇਆ ਜਾਂਦਾ ਦੁੱਤ ਅੱਖਰ। ਤਾਂ ਹੁਣ ਇਹ ਹੈ ਵੀ ਜਿਹੜਾ ਅਸੀਂ ਪੜ੍ਹਿਆ ਸੀ ਵਰਨ ਜਾਂ ਅੱਖਰ। ਵਿਆਕਰਨ ਦੇ ਇਸ ਭਾਗ ਵਿੱਚ ਸਾਰੇ ਵਰਨਾਂ ਲਗਾ, ਲਗਾਖਰ ਤੇ ਅਰਧ ਸਵਰਾਂ ਬਾਰੇ ਜਾਣਕਾਰੀ ਮਿਲਦੀ ਹੈ। ਵਿਆਕਰਨ ਦੇ ਇਸ ਭਾਗ ਵਿੱਚੋਂ ਜਿਹੜਾ ਵਿਆਕਰਨ ਜਾਂ ਅੱਖਰ ਬੋਧ ਹੈ ਇਹਦੇ ਵਿੱਚੋਂ ਸਾਨੂੰ ਸਾਰੇ ਵਰਨਾਂ, ਲਗਾ, ਲਗਾਖਰਾਂ ਅਤੇ ਅਰਧ ਸਵਰਾਂ ਬਾਰੇ ਜਾਣਕਾਰੀ ਮਿਲਦੀ ਹੈ। ਨੰਬਰ 2 ਹੈ ਸਾਡੇ ਕੋਲ ਸ਼ਬਦ ਬੋਧ। ਨੰਬਰ 2 ਕੀ ਸਾਡੇ ਕੋਲ ਸ਼ਬਦ ਬੋਧ। ਸ਼ਬਦ ਕਿਵੇਂ ਆ? ਪਹਿਲਾਂ ਕੀ ਬਣਿਆ ਸੀ? ਵਰਨ ਜਿਵੇਂ ਭੱਬਾ, ਜੱਜਾ, ਨੰਨਾ, ਸੱਸਾ, ਕੱਕਾ, ਢਾੜਾ, ਟੈਂਕਾ, ਮੰਮਾ, ਰਾਰਾ ਇਹ ਕੀ ਨੇ ਸਾਡੇ ਕੋਲ? ਵਰਨ ਆ। ਵਰਨ ਭਾਵ ਅੱਖਰ ਆ। ਕੀ ਨੇ ਸਾਡੇ ਕੋਲ? ਇਹ ਵਰਨ ਜਾਂ ਅੱਖਰ ਆ। ਅਤੇ ਅਸੀਂ ਕੀ ਆ ਵਰਨਾਂ ਤੋਂ ਸ਼ਬਦ ਬਣਾਉਣੇ। ਵਰਨਾਂ ਤੋਂ ਸ਼ਬਦ ਬਣਾਉਣੇ। ਇਹ ਅੱਖਰਾਂ ਤੋਂ ਅਸੀਂ ਕੀ ਬਣਾਉਣੇ? ਸ਼ਬਦ। ਜਿਵੇਂ ਭੱਬਾ, ਜੱਜਾ, ਨੰਨਾ, ਭਜਨ। ਆਪਣੇ ਕੋਲ ਕੀ ਸੀ? ਸੱਸਾ, ਕੱਕਾ, ਢਾੜਾ। ਤਾਂ ਆਪਾਂ ਇਹਨਾਂ ਨੂੰ ਕੀ ਕੀਤਾ? ਸੱਸਾ ਸਹੀ ਕਰਕੇ ਸ਼ਬਦਾਂ ਨੂੰ ਸੱਸਾ, ਢਾੜਾ, ਕੱਕਾ, ਸੜਕ, ਮੰਮਾ, ਟੈਂਕਾ, ਰਾਰਾ, ਮਟਰ। ਤਾਂ ਅਸੀਂ ਕੀ ਆ ਵਿਆਕਰਨ ਜਿਹੜਾ ਸ਼ਬਦ ਬੋਧ ਆ ਉਹਦੇ ਵਿੱਚ ਅਸੀਂ ਕੀ ਸਿੱਖਿਆ ਹੈ? ਵਰਨਾਂ ਤੋਂ ਸ਼ਬਦ ਬਣਾਉਣੇ। ਵਰਨ ਕੀ ਨੇ? ਅੱਖਰ ਆ। ਇਹਨਾਂ ਨੂੰ ਅਸੀਂ ਜੋੜ ਕੇ ਕੀ ਬਣਾਏ ਨੇ? ਸ਼ਬਦ। ਹੁਣ ਜਿਹੜਾ ਭਜਨ, ਹੁਣ ਇਹ ਕੀ ਸੀ ਸਾਡੇ ਕੋਲ? ਅੱਖਰ ਆ। ਇਹ ਵੀ ਅੱਖਰ ਆ, ਇਹ ਵੀ ਅੱਖਰ ਆ, ਸਾਰੇ ਅੱਖਰ ਆ। ਜਦੋਂ ਅਸੀਂ ਇਹਨਾਂ ਨੂੰ ਜੋੜ ਲਿਆ ਤਾਂ ਸਾਡੇ ਕੀ ਬਣ ਗਏ? ਇਹ ਸ਼ਬਦ। ਕੀ ਬਣ ਗਏ? ਸ਼ਬਦ। ਭਜਨ, ਸੜਕ, ਮਟਰ ਕੀ ਬਣ ਗਏ? ਇਹ ਸ਼ਬਦ। ਤਾਂ ਜਿਹੜਾ ਹੁਣ ਹੈ ਸਾਡੇ ਕੋਲ ਸ਼ਬਦ ਬੋਧ ਆ। ਵਿਆਕਰਨ ਦੇ ਇਸ ਭਾਗ ਵਿੱਚੋਂ ਅਸੀਂ ਵਰਨਾਂ ਤੋਂ ਸ਼ਬਦ ਬਣਾਉਣੇ ਅਤੇ ਉਹਨਾਂ ਦੀਆਂ ਕਿਸਮਾਂ। ਸ਼ਬਦਾਂ ਦੀਆਂ ਕਿਸਮਾਂ। ਸ਼ਬਦਾਂ ਦੀਆਂ ਕਿਸਮਾਂ ਕਿਹੜੀਆਂ ਸਾਡੇ ਕੋਲ? ਸ਼ਬਦ 2 ਕਿਸਮ ਦੇ ਹੁੰਦੇ ਹਨ। ਕਿਹੜੇ ਕਿਹੜੇ ਆ? ਸਾਰਥਿਕ ਅਤੇ ਨਿਰਾਰਥਿਕ। ਜਦੋਂ ਅਸੀਂ ਸ਼ਬਦ ਬੋਧ ਵਾਲਾ ਲੈਸਨ ਪੜ੍ਹਾਂਗੇ ਤਾਂ ਅਸੀਂ ਉਸ ਵਿੱਚ ਇਹਨਾਂ ਬਾਰੇ ਪੂਰੀ ਜਾਣਕਾਰੀ ਨਾਲ ਪੜ੍ਹਾਂਗੇ। ਅੱਗੇ ਸਾਡੇ ਕੋਲ ਵਾਕ ਬੋਧ। ਵਾਕ ਬੋਧ। ਵਿਆਕਰਨ ਦੇ ਇਸ ਭਾਗ ਵਿੱਚ ਅਸੀਂ ਕੀ ਪੜ੍ਹਨਾ ਹੈ? ਵਿਆਕਰਨ ਦੇ ਇਸ ਭਾਗ ਵਿੱਚ ਅਸੀਂ ਪੜ੍ਹਾਂਗੇ ਸ਼ਬਦਾਂ ਤੋਂ ਵਾਕ ਬਣਾਉਣੇ। ਸ਼ਬਦਾਂ ਤੋਂ ਵਾਕ ਬਣਾਉਣੇ। ਜਿਵੇਂ ਹੁਣ ਅਮੀਰ, ਸਨ, ਸਮੇਂ, ਪੁਰਾਣੇ ਲੋਕ ਇਹ ਕੀ ਨੇ ਸਾਡੇ ਕੋਲ? ਸਾਰੇ ਸ਼ਬਦ ਨੇ। ਕੀ ਆ ਇਹ ਸ਼ਬਦ? ਅਮੀਰ ਕੀ ਆ? ਸ਼ਬਦ। ਸਨ ਵੀ ਸ਼ਬਦ ਹੈ। ਤਾਂ ਜਦੋਂ ਅਸੀਂ ਇਹਨਾਂ ਨੂੰ ਸਹੀ ਤਰਤੀਬ ਦੇਵਾਂਗੇ, ਸਹੀ ਤਰਤੀਬ ਵਿੱਚ ਲਿਖਾਂਗੇ ਤਾਂ ਸਾਡਾ ਕੋਲ ਕੀ ਬਣ ਜੂਗਾ? ਵਾਕ। ਜਿਵੇਂ ਪੁਰਾਣੇ ਸਮੇਂ ਵਿੱਚ ਲੋਕ ਅਮੀਰ ਸਨ। ਤਾਂ ਹੁਣ ਅਸੀਂ ਕਿਹਾ ਸ਼ਬਦਾਂ ਤੋਂ ਅਸੀਂ ਕੀ ਸਿੱਖਿਆ? ਵਾਕ ਬਣਾਉਣੇ ਸਿੱਖੇ। ਸ਼ਬਦਾਂ ਤੋਂ ਵਾਕ ਬਣਾਉਣੇ ਸਿੱਖੇ। ਹੈ ਗਰਮੀ ਬਹੁਤ ਸਵੇਰ ਅੱਜ ਤੋਂ। ਜਦੋਂ ਇਸ ਨੂੰ ਸਹੀ ਤਰਤੀਬ ਦੇਵਾਂਗੇ, ਇਹਨੂੰ ਵਿਆਕਰਨ ਦੇ ਨਿਯਮਾਂ ਅਨੁਸਾਰ ਲਿਖਾਂਗੇ ਤਾਂ ਸਾਡੇ ਕੋਲ ਸਹੀ ਕੀ ਬਣ ਜੂਗਾ? ਇਹ ਵਾਕ। ਅੱਜ ਸਵੇਰ ਤੋਂ ਬਹੁਤ ਗਰਮੀ ਹੈ। ਅੱਜ ਸਵੇਰ ਤੋਂ ਬਹੁਤ ਗਰਮੀ ਹੈ। ਵਾਕ ਦੇ ਹਿੱਸੇ। ਅੱਗੇ ਵਾਕ ਆ। ਵਾਕ ਬੋਧ ਤੋਂ ਹੁਣ ਪਹਿਲਾਂ ਅਸੀਂ ਵਾਕ ਬਣਾਉਣੇ ਸਿੱਖਿਆ ਕਿ ਵਾਕ ਦੇ ਫਿਰ ਹਿੱਸੇ ਨੇ। ਵਾਕ ਦੇ ਕਿੰਨੇ ਹਿੱਸੇ ਆ? 2 ਹਿੱਸੇ ਆ। ਕਿਹੜੇ ਕਿਹੜੇ ਆ? ਉਦੇਸ਼ ਅਤੇ ਵਿਦੇਅ। ਉਦੇਸ਼ ਅਤੇ ਵਿਦੇਅ। ਜਦੋਂ ਅਸੀਂ ਵਾਕ ਬੋਧ ਵਾਲਾ ਪੂਰਾ ਲੈਸਨ ਪੜ੍ਹਾਂਗੇ ਉਹਦੇ ਵਿੱਚ ਸਾਨੂੰ ਇਹ ਪੂਰੀ ਜਾਣਕਾਰੀ ਮਿਲੂਗੀ। ਤੁਹਾਨੂੰ ਸ਼ਾਰਟ ਵਿੱਚ ਥੋੜ੍ਹਾ ਛੋਟਾ ਕਰਕੇ ਸਮਝਾ ਰਹੀ ਹਾਂ। ਵਾਕ ਦੇ ਕਿੰਨੇ ਹਿੱਸੇ ਆ? 2। ਕਿਹੜੇ ਕਿਹੜੇ ਆ? ਉਦੇਸ਼ ਅਤੇ ਵਿਦੇਅ। ਵਾਕ ਦੀਆਂ ਕਿਸਮਾਂ ਨੇ। ਵਾਕ ਕਿੰਨੀ ਕਿਸਮ ਦੇ ਹੁੰਦੇ ਨੇ? 5 ਕਿਸਮ ਦੇ। ਵਾਕ ਕਿੰਨੀ ਕਿਸਮ ਦੇ ਆ? ਵਾਕ 5 ਕਿਸਮ ਦੇ ਆ। ਕਿਹੜੇ ਕਿਹੜੇ ਆ? ਹਾਂ ਵਾਚਕ, ਹਾਂ ਵਾਚਕ ਵਾਕ, ਨਾ ਵਾਚਕ ਵਾਕ, ਪ੍ਰਸ਼ਨ ਵਾਚਕ, ਵਿਨੈ ਵਾਚਕ ਅਤੇ ਵਿਸਮੇ ਵਾਚਕ। ਵਿਸਮੇ ਵਾਚਕ ਵਾਕ। ਵਾਕ ਦੀਆਂ ਕਿੰਨੀਆਂ ਕਿਸਮਾਂ ਨੇ? ਵਾਕ ਦੀਆਂ 5 ਕਿਸਮਾਂ ਨੇ। ਕਿਹੜੇ ਕਿਹੜੇ? ਹਾਂ ਵਾਚਕ, ਨਾ ਵਾਚਕ, ਪ੍ਰਸ਼ਨ ਵਾਚਕ ਅਤੇ ਵਿਨੈ ਵਾਚਕ ਅਤੇ ਵਿਸਮੇ ਵਾਚਕ। ਹਾਂ ਵਾਚਕ ਮੀਨਸ ਕੀ ਹੈ? ਜਿਸ 'ਤੇ ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਾਕ ਵਿੱਚ। ਹਾਂ ਵਾਚਕ ਵਾਕ ਵਿੱਚ ਜੇ ਅਸੀਂ ਕਿਸੇ ਗੱਲ ਨੂੰ ਹਾਂ ਰੂਪ ਵਿੱਚ ਜ਼ਿਕਰ ਕਰਦੇ ਹਾਂ, ਕਿਸੇ ਗੱਲ ਦਾ ਹਾਂ ਰੂਪ ਵਿੱਚ ਜ਼ਿਕਰ ਕਰਦੇ ਹਾਂ, ਜਿਵੇਂ
ਕੁੜੀ ਪੜ੍ਹਦੀ ਹੈ। ਹੁਣ ਸਾਡਾ ਹਾਂ ਵਿੱਚ ਹੈ, ਕੁੜੀ ਪੜ੍ਹਦੀ ਹੈ। ਜਿਹੜਾ ਨਾਂਹਵਾਚਕ ਵਾਕ ਹੈ, ਜਿਹਦੇ ਵਿੱਚ ਅਸੀਂ ਨਾਂਹਵਾਚਕ ਕਿਸੇ ਵਾਕ ਵਿੱਚ ਗੱਲ ਦਾ ਵਰਣਨ ਨਾਂ ਰੂਪ ਵਿੱਚ ਕਰਦੇ ਹਾਂ। ਨਾਂਹਵਾਚਕ ਹੈ ਜਿਹੜਾ ਹੈ ਕਿਸੇ ਵਾਕ ਵਿੱਚ ਗੱਲ ਦਾ ਵਰਣਨ ਅਸੀਂ ਨਾਂ ਰੂਪ ਵਿੱਚ ਕਰਦੇ ਹਾਂ। ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ ਸੀ, ਇੱਥੇ ਨਹੀਂ ਜਿਹੜਾ ਉਹ ਨਾਂਹਵਾਚਕ ਰੂਪ ਵਰਤਿਆ ਗਿਆ। ਕੀ ਆ ਉਹ? ਨਾ। ਪ੍ਰਸ਼ਨਵਾਚਕ, ਪ੍ਰਸ਼ਨਵਾਚਕ ਵਿੱਚ ਜਦੋਂ ਅਸੀਂ ਕੋਈ ਪ੍ਰਸ਼ਨ, ਜਦੋਂ ਕਿਸੇ ਵਾਕ ਵਿੱਚ ਪ੍ਰਸ਼ਨ ਕੀਤਾ ਜਾਵੇ, ਜਿਸ ਵਾਕ ਵਿੱਚ ਪ੍ਰਸ਼ਨ ਕੀਤਾ ਜਾਵੇ, ਜਦੋਂ ਕਿਸੇ ਵਾਕ ਵਿੱਚ ਪ੍ਰਸ਼ਨ ਕੀਤਾ ਜਾਵੇ ਤਾਂ ਉਸਨੂੰ ਅਸੀਂ ਕੀ ਕਹਿੰਦੇ ਹਾਂ? ਪ੍ਰਸ਼ਨਵਾਚਕ। ਜਿਵੇਂ ਤੁਸੀਂ ਕੀ ਕਰ ਰਹੇ ਹੋ, ਪ੍ਰਸ਼ਨ ਕੀਤਾ ਤੁਸੀਂ ਕੀ ਕਰ ਰਹੇ ਹੋ। ਬਿਨੈਵਾਚਕ ਮੀਨਸ ਬੇਨਤੀ ਕਰਨੀ। ਬਿਨੈਵਾਚਕ ਮੀਨਸ ਬੇਨਤੀ ਕਰਨੀ। ਜਿਸ ਵਾਕ ਵਿੱਚ ਕੋਈ ਬੇਨਤੀ ਕੀਤੀ ਜਾਵੇ, ਜਿਸ ਵਾਕ ਵਿੱਚ ਕੋਈ ਬੇਨਤੀ ਕੀਤੀ ਜਾਵੇ, ਕਿਰਪਾ ਕਰਕੇ ਮੇਰੀ ਗੱਲ ਜ਼ਰੂਰ ਮੰਨ ਲਵੋ, ਅਤੇ ਬੇਨਤੀ ਕੀਤੀ ਗਈ ਹੈ, ਕਿਰਪਾ ਕਰਕੇ ਮੇਰੀ ਗੱਲ ਜ਼ਰੂਰ ਮੰਨ ਲਵੋ। ਅੱਗੇ ਆ ਗਿਆ ਵਿਸਮੇਵਾਚਕ ਵਾਕ। ਵਿਸਮੇਵਾਚਕ ਵਾਕ, ਵਿਸਮੇਵਾਚਕ ਜਿੱਥੇ ਜਿਸ ਵਾਕ ਵਿੱਚ ਕਿਸੇ ਖੁਸ਼ੀ, ਗਮੀ, ਹੈਰਾਨੀ ਦੇ ਭਾਵ ਪ੍ਰਗਟ ਹੋਣ। ਜਿਹੜੇ ਵਾਕ ਵਿੱਚ ਖੁਸ਼ੀ, ਗਮੀ, ਹੈਰਾਨੀ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਸਮੇਵਾਚਕ ਵਾਕ। ਜਿਵੇਂ ਕਾਸ਼ ਮੈਂ ਅਮੀਰ ਹੁੰਦਾ, ਕਾਸ਼ ਮੈਂ ਅਮੀਰ ਹੁੰਦਾ। ਤਾਂ ਹੁਣ ਵਿਆਕਰਨ ਦੇ ਆਪਾਂ ਨੇ ਉਸ ਭਾਗ ਵਿੱਚ ਕੀ ਦੇਖਿਆ ਸੀਗਾ? ਇਹਦੇ ਵਿੱਚ ਵਿਆਕਰਨ ਦੇ ਭਾਗ ਵਿੱਚ ਸ਼ਬਦਾਂ ਤੋਂ ਵਾਕ ਬਣਾਉਣੇ, ਸ਼ਬਦਾਂ ਤੋਂ ਵਾਕ ਬਣਾਉਣੇ। ਹੁਣ ਦੇਖਿਆ ਸ਼ਬਦਾਂ ਤੋਂ ਵਾਕ ਬਣਾਉਣੇ, ਸਿੱਖ ਲਏ ਸ਼ਬਦਾਂ ਤੋਂ ਵਾਕ ਬਣਾਉਣੇ। ਫਿਰ ਅੱਗੇ ਕੀ ਆ? ਵਾਕ ਦੇ ਕਿੰਨੇ ਹਿੱਸੇ ਨੇ? ਵਾਕ ਦੇ ਹਿੱਸੇ ਕਿੰਨੇ ਨੇ? 2। ਕਿਹੜੇ ਕਿਹੜੇ ਆ? ਉਦੇਸ਼ ਤੇ ਉਦੇਸ਼। ਤੇ ਉਸ ਤੋਂ ਬਾਅਦ ਵਾਕ ਦੀਆਂ ਕਿਸਮਾਂ, ਆਹ ਵਾਕ ਦੀਆਂ 5 ਕਿਸਮਾਂ ਆ ਗਈਆਂ। ਹਾਂ ਵਾਚਕ, ਨਾਂਹਵਾਚਕ, ਪ੍ਰਸ਼ਨਵਾਚਕ ਤੇ ਬਿਨੈਵਾਚਕ। ਉਸ ਤੋਂ ਬਾਅਦ ਕੀ ਆ? ਵਾਕ ਵਟਾਂਦਰਾ। ਉਸ ਤੋਂ ਬਾਅਦ ਕੀ ਆ? ਕੀ ਆ? ਵਾਕ ਬੋਧ ਵਿੱਚ ਵਾਕ ਵਟਾਂਦਰਾ। ਵਾਕ ਵਟਾਂਦਰਾ ਹੁੰਦਾ ਤੁਸੀਂ ਵਾਕਾਂ ਨੂੰ, ਉਸੇ ਵਾਕ ਨੂੰ ਤਰਤੀਬ, ਹੋਰ ਤਰਤੀਬ ਦੇ ਕੇ ਬਦਲਣਾ। ਹਾਂ ਵਾਚਕ ਤੋਂ, ਜਿਵੇਂ ਸਰਜੀਤ ਨਾਸਤਿਕ ਹੈ, ਆਪਾਂ ਨੇ ਇਸ ਚੀਜ਼ ਨੂੰ ਬਿਲਕੁਲ ਹਿਲਾਉਣਾ ਨਹੀਂ। ਵਾਕ ਸਾਡੇ ਕੋਲ ਇਹੀ ਹੋਊਗਾ। ਵਾਕ ਕੀ ਹੈ? ਇਹ ਇਹਦਾ ਵਟਾਂਦਰਾ ਹੋਊਗਾ, ਵਾਕ ਬਦਲਿਆ ਜਾਊਗਾ, ਵਾਕ ਦਾ ਵਟਾਂਦਰਾ ਕੀਤਾ ਜਾਊਗਾ, ਵਾਕ ਬਦਲਿਆ ਜਾਊਗਾ। ਹੁਣ ਜਿਵੇਂ ਸਾਡੇ ਕੋਲ ਹਾਂ ਵਾਚਕ ਵਿੱਚ ਇਹ ਵਾਕ ਆ ਸੁਰਜੀਤ ਨਾਸਤਿਕ ਹੈ, ਤਾਂ ਜਦੋਂ ਆਪਾਂ ਨੇ ਵਟਾਂਦਰਾ ਕਰਨਾ ਤਾਂ ਕਾਹਦੇ ਵਿੱਚ? ਨਾਂਹਵਾਚਕ 'ਚ। ਨਾਂਹਵਾਚਕ 'ਚ ਆਪਾਂ ਨੇ ਬਦਲਣਾ ਤਾਂ ਕੀ ਕਰਾਂਗੇ ਆਪਾਂ? ਹੁਣ ਨਾਸਤਿਕ, ਨਾਸਤਿਕ ਕੌਣ ਹੁੰਦਾ? ਜੋ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ, ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਉਹਨੂੰ ਕੀ ਕਹਿੰਦੇ ਆ? ਨਾਸਤਿਕ। ਜਿਹੜਾ ਰੱਬ ਨੂੰ ਨਹੀਂ ਮੰਨਦਾ, ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ, ਉਸਨੂੰ ਕੀ ਕਹਿੰਦੇ ਆ? ਨਾਸਤਿਕ। ਇਹ ਸਾਡੇ ਕੋਲ ਕਾਹਦੇ ਵਿੱਚ ਆ? ਹਾਂ ਵਾਚਕ 'ਚ ਹੈ ਵਾਕ। ਤੇ ਜਦੋਂ ਆਪਾਂ ਨੇ ਇਹਦਾ ਵਟਾਂਦਰਾ ਕਰਨਾ ਤੇ ਇਸਨੂੰ ਆਪਾਂ ਨਾਂਹਵਾਚਕ ਵਿੱਚ ਬਦਲਣਾ। ਕਿਵੇਂ ਬਦਲਾਂਗੇ ਵਟਾਂਦਰਾ ਕਰਕੇ? ਸੁਰਜੀਤ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ। ਵਾਕ ਦਾ ਕੀ ਹੋ ਗਿਆ? ਵਟਾਂਦਰਾ ਹੋ ਗਿਆ। ਹਾਂ ਵਾਚਕ ਤੋਂ ਅਸੀਂ ਉਸਨੂੰ ਨਾਂਹਵਾਚਕ ਵਿੱਚ ਬਦਲਿਆ। ਸਧਾਰਨ ਵਾਕ, ਸਧਾਰਨ ਵਿੱਚ ਸਿੰਪਲ ਵਾਕ, ਸਰਲ ਵਾਕ। ਮੁੰਡਾ ਪੜ੍ਹਦਾ ਹੈ, ਮੁੰਡਾ ਪੜ੍ਹਦਾ ਹੈ। ਅਤੇ ਇਸੇ ਵਾਕ ਨੂੰ ਅਸੀਂ ਕਾਹਦੇ ਵਿੱਚ ਬਦਲਾਂਗੇ? ਵਟਾਂਦਰਾ ਕਰਾਂਗੇ ਪ੍ਰਸ਼ਨਵਾਚਕ 'ਚ। ਕਿਉਂਕਿ ਕੀ ਮੁੰਡਾ ਪੜ੍ਹਦਾ ਹੈ? ਕੀ ਮੁੰਡਾ ਪੜ੍ਹਦਾ ਹੈ? ਤਾਂ ਹੁਣ ਵਾਕ ਬੋਧ ਵਿੱਚ ਸਾਨੂੰ ਕਿਸ ਕਿਸ ਚੀਜ਼ ਦਾ ਗਿਆਨ ਮਿਲਿਆ? ਵਾਕ ਬੋਧ ਵਿੱਚ ਸਾਨੂੰ ਵਿਆਕਰਨ ਦੇ ਇਸ ਭਾਗ ਵਿੱਚੋਂ ਸ਼ਬਦਾਂ ਤੋਂ ਵਾਕ ਬਣਾਉਣੇ, ਵਾਕ ਬਣਾਉਣੇ ਅਤੇ ਵਾਕ ਦੀਆਂ ਕਿਸਮਾਂ, ਵਾਕ ਵਟਾਂਦਰੇ ਦੇ ਨਿਯਮਾਂ ਸੰਬੰਧੀ ਜਾਣਕਾਰੀ ਮਿਲਦੀ ਹੈ। ਨੰਬਰ 4 ਹੈ ਸਾਡੇ ਕੋਲ ਅਰਥ-ਭੇਦ। ਨੰਬਰ 4 ਕੀ ਹੈ ਸਾਡੇ ਕੋਲ? ਅਰਥ-ਭੇਦ। ਅਰਥ-ਭੇਦ ਵਿੱਚ ਸਾਨੂੰ ਕਾਹਦੀ ਜਾਣਕਾਰੀ ਮਿਲਦੀ ਹੈ? ਵਿਰੋਧੀ ਸ਼ਬਦਾਂ ਦੀ, ਵਾਰਤਕ ਸ਼ਬਦਾਂ ਦੀ, ਸਮਾਨ ਅਰਥ ਸ਼ਬਦ, ਬਹੁਤੇ ਸ਼ਬਦਾਤਮਕ ਸ਼ਬਦ ਅਤੇ ਅਰਥ-ਭੇਦ ਦੀ ਜਾਣਕਾਰੀ ਮਿਲਦੀ ਹੈ। ਵਿਰੋਧੀ ਸ਼ਬਦ, ਵਿਰੋਧੀ ਸ਼ਬਦ ਮੀਨਸ ਉਲਟੇ ਭਾਵ ਵਾਲੇ ਸ਼ਬਦ, ਉਲਟੇ ਭਾਵ ਵਾਲੇ, ਜਿਵੇਂ ਬੋਲਦੇ ਦਿਨ, ਰਾਤ, ਕਾਲਾ, ਗੋਰਾ। ਜਿਵੇਂ ਆਪਣੇ ਕੋਲ ਮੰਗਤਾ ਹੈ, ਮੰਗਤੇ ਦਾ ਵਿਰੋਧੀ ਸ਼ਬਦ ਕਿਹੜਾ ਆ ਗਿਆ? ਦਾਤਾ। ਮੰਗਤਾ ਕੀ ਆ? ਮੰਗਣ ਵਾਲਾ। ਦਾਤਾ ਦੇਣ ਵਾਲਾ। ਗਰਮੀ, ਸਰਦੀ। ਨੰਬਰ 2 ਕੀ ਆਪਣੇ ਕੋਲ? ਵਾਰਤਕ ਸ਼ਬਦ। ਵਾਰਤਕ ਸ਼ਬਦ, ਹਰ ਭਾਸ਼ਾ ਵਿੱਚ ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਇੱਕ ਤੋਂ ਵਧੇਰੇ ਅਰਥ ਹੁੰਦੇ ਹਨ। ਹਰ ਭਾਸ਼ਾ ਵਿੱਚ ਹੁੰਦੇ ਨੇ ਜਿਨ੍ਹਾਂ ਦੇ ਇੱਕ ਤੋਂ ਵਧੇਰੇ ਅਰਥ ਹੁੰਦੇ ਹਨ। ਇੱਕ ਅਰਥ ਦੇ, ਇੱਕ ਸ਼ਬਦ ਦੇ ਕਈ ਕਈ ਅਰਥ ਨਿਕਲਦੇ ਨੇ, ਇੱਕ ਸ਼ਬਦ ਦੇ ਕਈ ਕਈ ਅਰਥ ਨਿਕਲਦੇ ਨੇ। ਜਿਵੇਂ ਆਪਣੇ ਕੋਲ ਫਸਟ ਹੈ ਆਪਣੇ ਆ ਘੜੀ। ਘੜੀ ਸ਼ਬਦ ਹੈ। ਹੁਣ ਆਪਣੇ ਕੋਲ ਸ਼ਬਦ ਕੀ ਆ? ਇੱਕ ਆ। ਇਹਦੇ ਅਰਥ ਕੀ ਨੇ? 4-5 ਅਰਥ ਨਿਕਲਣਗੇ ਇਹਦੇ। ਘੜੀ ਸ਼ਬਦ ਦੇ ਆਪਣੇ ਕੋਲ 4-5 ਅਰਥ ਨਿਕਲਣਗੇ। ਫਸਟ ਘੜੀ ਮੀਨਸ ਆ ਗਿਆ ਘੜਨਾ। ਤਰਖਾਣ ਨੇ ਗੁੱਲੀ ਘੜੀ। ਗੁੱਲੀ ਡੰਡਾ ਖੇਡਦੇ ਨਾ ਤੁਸੀਂ, ਗੁੱਲੀ ਡੰਡਾ ਦੇਖਿਆ ਨਾ, ਤਾਂ ਉਹ ਤਰਖਾਣ ਜਿਹੜਾ ਗੁੱਲੀ ਨੂੰ ਸ਼ੇਪ ਦਿੰਦਾ ਕੀ ਹੋ ਗਿਆ? ਘੜਨਾ। ਗੁੱਲੀ ਦੀ ਜਿਹੜੀ ਸ਼ੇਪ ਬਣਾਉਂਦਾ, ਸਾਈਡਾਂ ਤੋਂ ਪਤਲੀ ਹੁੰਦੀ ਹੈ, ਵਿੱਚੋਂ ਮੋਟੀ ਹੁੰਦੀ ਹੈ, ਤਾਂ ਕੀ ਕਰਦਾ? ਤਰਖਾਣ ਉਸਨੂੰ ਘੜਦਾ। ਘੜੀ ਮੀਨਸ ਘੜਨਾ, ਤਰਖਾਣ ਨੇ ਗੁੱਲੀ ਘੜੀ। ਦੂਸਰਾ ਹੈ ਘੜੀ ਮੀਨਸ ਸਮਾਂ ਦੱਸਣ ਵਾਲੀ ਮਸ਼ੀਨ। ਕਿਹੜੀ ਆ? ਸਮਾਂ ਦੱਸਣ ਵਾਲੀ ਮਸ਼ੀਨ। ਮੇਰੀ ਘੜੀ ਸਮੇਂ ਦੇ ਨਾਲ ਤਰੀਕ ਵੀ ਦੱਸਦੀ ਹੈ।
ਜਿਹੜੀ ਅਸੀਂ ਗੁੱਟ 'ਤੇ ਬੰਨ੍ਹਦੇ ਹਾਂ ਘੜੀ, ਉਹ ਸਾਨੂੰ ਕੀ ਹੈ, ਉਹਦੇ ਵਿੱਚ ਸਾਨੂੰ ਸਮਾਂ ਵੀ ਪਤਾ ਚੱਲਦਾ, ਟਾਈਮ ਵੀ ਦੱਸਦੀ ਹੈ, ਡੇਟ ਵੀ ਦੱਸਦੀ ਹੈ, ਅਤੇ ਉਹ ਕੀ ਸਮਾਂ ਦੱਸਣ ਵਾਲੀ ਘੜੀ। ਤੀਸਰਾ ਘੜੀ ਮੀਨਸ ਤਿੱਖਾ ਕਰਨਾ। ਘੜੀ ਮੀਨਸ ਤਿੱਖਾ ਕਰਨਾ। ਅਸੀਂ ਕਲਮ ਵੀ ਘੜਦੇ ਹਾਂ, ਪੈਨਸਿਲ ਵੀ ਘੜਦੇ ਹਾਂ। ਰਾਮ ਨੇ ਪੈਨਸਿਲ ਘੜੀ ਹੈ, ਰਾਮ ਨੇ ਪੈਨਸਿਲ ਘੜੀ ਹੈ। ਹੁਣ ਸਾਡੇ ਕੋਲ ਸ਼ਬਦ ਕੀ ਸੀਗਾ? ਇੱਕ। ਉਹਦੇ ਕਿੰਨੇ ਅਰਥ ਨਿਕਲੇ ਆ? ਇੱਕ ਹੀ ਆ ਬਹੁਆਰਥਿਕ ਸ਼ਬਦ। ਬਹੁਆਰਥਿਕ ਮੀਨਸ ਇੱਕ ਸ਼ਬਦ ਦੇ ਬਹੁਤ ਜ਼ਿਆਦਾ ਅਰਥ ਪਤਾ ਚੱਲਣ। ਥਰਡ ਸੀ ਆਪਣੇ ਕੋਲ ਸਮਾਨ ਅਰਥ ਸ਼ਬਦ। ਕੀ ਆ? ਸਮਾਨ ਅਰਥ ਸ਼ਬਦ। ਸਮਾਨ ਵਿੱਚ ਇੱਕ ਸ਼ਬਦ ਦੇ ਉੱਦਾਂ ਦੇ ਹੀ 4-5 ਅਰਥ ਸਾਨੂੰ ਪਤਾ ਚੱਲਣੇ। ਇੱਕ ਸ਼ਬਦ ਦੇ 4-5 ਅਰਥ ਪਤਾ ਚੱਲਣੇ। ਹਰ ਭਾਸ਼ਾ ਵਿੱਚ ਅਜਿਹੇ ਬਹੁਤ ਸਾਰੇ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਅਰਥ ਆਪਸ ਵਿੱਚ ਮਿਲਦੇ ਹਨ। ਹਰ ਭਾਸ਼ਾ ਵਿੱਚ ਅਜਿਹੇ ਬਹੁਤ ਸਾਰੇ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਅਰਥ ਆਪਸ ਵਿੱਚ ਮਿਲਦੇ ਹਨ। ਜਿਵੇਂ ਸਾਡੇ ਕੋਲ ਅਕਲ ਆ। ਆਪਣੇ ਕੋਲ ਕੀ ਆ? ਅਕਲ। ਅਕਲ ਮੀਨਸ ਸਿਆਣਪ। ਸੇਮ ਆ। ਆਪਾਂ ਕਹਿੰਦੇ ਉਹ ਬਹੁਤ ਸਿਆਣਾ ਹੈ। ਸਿਆਣਾ ਕਿਉਂ? ਕਿ ਉਸਨੂੰ ਅਕਲ ਆ। ਸਿਆਣਾ ਕਿਉਂ? ਉਹਨੂੰ ਕਹਿੰਦੇ ਅਕਲ ਆ, ਬਹੁਤ ਅਕਲ ਵਾਲਾ ਹੈ, ਬਹੁਤ ਸਿਆਣਾ ਹੈ। ਦੂਜਾ ਆਪਣੇ ਕੋਲ ਬੁੱਧੀ। ਆਪਾਂ ਕਹਿੰਦੇ ਇਹ ਬੱਚਾ ਬਹੁਤ ਬੁੱਧੀ ਵਾਲਾ ਹੈ। ਬੁੱਧੀ ਵਾਲਾ ਕਿਵੇਂ ਆ? ਕਿ ਉਸਨੂੰ ਅਕਲ ਆ। ਬੁੱਧੀ ਵਾਲਾ ਕਿਵੇਂ ਆ? ਉਹ ਕਿ ਉਸਨੂੰ ਅਕਲ ਆ, ਤਾਂ ਉਸਦੀ ਬੁੱਧੀ ਵਧੀਆ, ਤੇਜ਼ ਬੁੱਧੀ ਵਾਲਾ, ਅਕਲ ਆ, ਹਰ ਕੰਮ ਨੂੰ ਸੋਚ ਸਮਝ ਕੇ ਕਰਦਾ ਹੈ। ਅਕਲ। ਮੱਤ ਕਹਿੰਦੇ ਉਸਨੂੰ ਬਹੁਤ ਅਕਲ ਆ, ਵੀ ਚੰਗੀ ਮੱਤ ਦਾ ਮਾਲਕ ਹੈ, ਚੰਗੀ ਮੱਤ ਦਾ ਮੁੰਡਾ ਹੈ, ਇਹਨੂੰ ਚੰਗੀ ਮੱਤ ਹੈ। ਮੱਤ ਮੀਨਸ ਕੀ ਆ? ਅਕਲ। ਅਕਲ ਮੀਨਸ ਸਮਝ। ਇੱਥੇ ਸਮਝ ਵੀ ਕੋਈ ਕੰਮ ਸੋਚ ਸਮਝ ਕੇ ਕਰਨਾ, ਕੋਈ ਵੀ ਕੰਮ ਸੋਚ ਸਮਝ ਕੇ ਕਰਨਾ, ਅਕਲ ਵਰਤ ਕੇ ਕਰਨਾ। ਇੱਥੇ ਅਕਲ ਦਾ ਮੀਨਿੰਗ ਕੀ ਆ ਗਿਆ? ਸਮਝ। ਹੁਣ ਅਕਲ ਵਿੱਚ ਸਿਆਣਪ। ਅਕਲ ਦਾ ਮੀਨਿੰਗ ਕੀ ਆ ਗਿਆ? ਬੁੱਧੀ ਵੀ ਆ, ਮੱਤ ਵੀ ਆ, ਅਤੇ ਸਮਝ ਵੀ ਆ। ਉਸ ਤੋਂ ਬਾਅਦ ਆਪਣੇ ਕੋਲ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਕਿਸੇ ਵਾਕ ਨੂੰ ਸੰਖੇਪ ਵਿੱਚ ਦੱਸਣਾ। ਕਿਸੇ ਵੀ ਵਾਕ ਨੂੰ ਸੰਖੇਪ ਵਿੱਚ। ਸੰਖੇਪ ਮੀਨਸ ਬਹੁਤ ਛੋਟਾ। ਜਿਵੇਂ ਅਸੀਂ ਕੋਈ ਕਹਾਣੀ ਪੜ੍ਹਦੇ ਹਾਂ, ਕੋਈ ਲੇਖ ਪੜ੍ਹਦੇ ਹਾਂ, ਉਸ ਲੇਖ ਦਾ ਸਾਰ, ਉਸ ਕਹਾਣੀ ਦਾ ਸਾਰ ਹੋ ਗਿਆ ਮੀਨਸ ਉਹਨੂੰ ਸੰਖੇਪ ਵਿੱਚ ਦੱਸਣਾ। ਹੁਣ ਅਸੀਂ ਇੱਥੇ ਕੀ ਹੈ? ਇੱਕ ਵਾਕ ਨੂੰ ਸੰਖੇਪ ਵਿੱਚ ਦੱਸਣਾ। ਜਿਸ ਕੋਲ ਬਹੁਤ ਧਨ ਹੋਵੇ ਉਹਨੂੰ ਕੀ ਕਹਿੰਦੇ ਅਸੀਂ? ਅਮੀਰ। ਤਾਂ ਹੁਣ ਅਮੀਰ ਕੀ ਆ? ਸੰਖੇਪ ਵਿੱਚ ਛੋਟਾ ਸ਼ਬਦ ਬੋਲਿਆ ਸੀ ਵਾਕ ਦਾ। ਜਿਹੜਾ ਮਨੁੱਖ ਪੜ੍ਹਿਆ ਨਾ ਹੋਵੇ ਉਹਨੂੰ ਕੀ ਕਹਿੰਦੇ ਆ? ਅਨਪੜ੍ਹ। ਅਸੀਂ ਕਿਸੇ ਵਾਕ ਨੂੰ ਬਹੁਤ ਛੋਟਾ ਕਰਕੇ ਦੱਸਣਾ, ਸੰਖੇਪ ਵਿੱਚ ਦੱਸਣਾ, ਤਾਂ ਬਹੁਤੇ ਸ਼ਬਦ ਦੀ ਥਾਂ ਇੱਕ ਸ਼ਬਦ, ਬਹੁਤ ਵੱਡੀ ਵਾਕ ਦੇ ਸੰਖੇਪ ਵਿੱਚ ਦੱਸਣਾ। ਨੰਬਰ 5 ਹੈ ਅਰਥਭੇਦ। ਨੰਬਰ 5 ਕੀ ਹੈ? ਅਰਥਭੇਦ। ਪੰਜਾਬੀ ਭਾਸ਼ਾ ਵਿੱਚ ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਨਾਲ ਜੇ ਕੋਈ ਵਰਨ, ਲਗਾਂ ਜਾਂ ਲਗਾਖਰ ਲਾ ਦਿੱਤੀ ਜਾਵੇ ਜਾਂ ਬਦਲ ਦਿੱਤੀ ਜਾਵੇ ਤਾਂ ਉਹਨਾਂ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ। ਅਰਥਭੇਦ ਦਾ ਕੀ ਭਾਵ ਹੈ? ਪੰਜਾਬੀ ਭਾਸ਼ਾ ਵਿੱਚ ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਨਾਲ ਜੇਕਰ ਕੋਈ ਵਰਨ ਮੀਨਸ ਅੱਖਰ, ਲਗਾ ਮੀਨਸ ਮਾਤਰਾ ਲਗਾਈਆਂ ਜਾਣ, ਲਗਾਖਰ ਮੀਨਸ ਬਿੰਦੀ ਟਿੱਪੀ ਅੱਧਕ ਲਗਾ ਦਿੱਤੀ ਜਾਵੇ ਜਾਂ ਉਸਦੀ ਬਦਲ ਦਿੱਤੀ ਜਾਵੇ ਤਾਂ ਉਹਨਾਂ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਜਿਵੇਂ ਹੁਣ ਆਪਣੇ ਕੋਲ ਅੱਖਰ ਹੈ ਸੁੱਜਾ ਮੀਨਸ ਸੁੱਜਣਾ। ਮੇਰਾ ਹੱਥ ਸੁੱਜ ਗਿਆ, ਮੇਰਾ ਪੈਰ ਸੁੱਜ ਗਿਆ, ਸੱਟ ਵੱਜਣ ਕਾ ਮੇਰਾ ਪੈਰ ਸੁੱਜ ਗਿਆ, ਮੇਰੀ ਬਾਂਹ ਸੁੱਜ ਗਈ। ਉਹ ਸੁੱਜਾ ਮੀਨਸ ਕੀ ਆ? ਸੁੱਜਣਾ, ਸੋਜਿਸ ਆ ਜਾਣੀ, ਕਿਸੇ ਤੁਹਾਡੇ ਅੰਗ 'ਤੇ ਸੋਜਿਸ ਆ ਜਾਣੀ, ਉਹਨੂੰ ਆਪਾਂ ਕਹਿੰਦੇ ਆ ਸੁੱਜਾ ਮੀਨਸ ਸੁੱਜਣਾ। ਮੇਰੇ ਹੱਥ 'ਤੇ ਸੱਟ ਵੱਜਣ ਕਾਰਨ ਮੇਰਾ ਹੱਥ ਸੁੱਜਾ ਹੋਇਆ ਹੈ। ਅੱਗੇ ਹੈ ਕਹਿਣਾ ਸੱਸੇ ਔਂਕੜ ਉੱਤੇ ਅਧਿਕ ਝੱਜੇ ਨੂੰ ਕਰਨਾ। ਸੁਝਾਅ ਮੀਨਸ ਸੁੱਝਣਾ। ਕੋਈ ਤੁਹਾਡੇ ਦਿਮਾਗ ਵਿੱਚ ਕੋਈ ਢੰਗ, ਤਰੀਕਾ, ਕੋਈ ਵਿਉਂਤ ਆਉਣਾ, ਉਹ ਕਹਿੰਦੇ ਆ ਸੁੱਝਣਾ। ਜਿਵੇਂ ਤੁਸੀਂ ਕਾਂ ਵਾਲੀ ਕਹਾਣੀ ਸੁਣੀ ਹੋਣੀ, ਇੱਕ ਪਿਆਸਾ ਕਾਂ ਵਾਲੀ। ਜਦੋਂ ਕਾਂ ਘੜੇ ਉੱਪਰ ਬੈਠਾ ਸੀ ਤਾਂ ਉਹਦੇ ਕੋਲ ਕੀ ਪਏ ਸੀ? ਕੰਕਰ। ਤਾਂ ਉਸਨੇ ਕੀ ਕੀਤਾ ਸੀ? ਉਸਨੇ ਤਰੀਕਾ, ਢੰਗ ਸੁੱਝਿਆ ਸੀ ਕਿ ਉਹ ਮੈਂ ਕੰਕਰ ਚੱਕ ਕੇ ਘੜੇ ਵਿੱਚ ਪਾਵਾਂ, ਪਾਣੀ ਉੱਪਰ ਆ ਜਾਏਗਾ। ਤਾਂ ਕਾਂ ਨੂੰ ਇਹ ਕੀ ਸੀ? ਕੋਈ ਢੰਗ, ਤਰੀਕਾ ਸੁੱਝਿਆ ਸੀ। ਇਸ ਸੁਝਾਅ ਦਾ ਮੀਨ ਕੀ ਆ? ਸੁੱਝਣਾ। ਇਹ ਹੈਗਾ ਸੁੱਜਾ, ਇਹ ਹੈਗਾ ਸੁਝਾਅ ਮੀਨ ਸੁੱਝਣਾ, ਉਸਨੂੰ ਕੋਈ ਢੰਗ, ਤਰੀਕਾ ਸੁੱਝਿਆ। ਠੀਕ ਹੈ। ਸਾਰੇ ਬੱਚਿਆਂ ਨੂੰ ਇਹ ਵਿਆਕਰਨ ਵਿੱਚ ਜੋ ਵਿਆਕਰਨ ਦੀ ਪਰਿਭਾਸ਼ਾ, ਵਿਆਕਰਨ ਦੇ ਕਿੰਨੇ ਭਾਗ ਨੇ, ਉਹਨਾਂ ਵਿੱਚ ਸਾਨੂੰ ਵਰਣਬੋਧ 'ਚੋਂ ਕੀ ਸਿੱਖਣ ਨੂੰ ਮਿਲਿਆ, ਸ਼ਬਦਬੋਧ 'ਚੋਂ ਕੀ ਸਿੱਖਣ ਨੂੰ ਮਿਲਿਆ, ਅਤੇ ਵਾਕਬੋਧ ਵਿੱਚੋਂ ਸਾਨੂੰ ਕੀ ਸਿੱਖਣ ਨੂੰ ਮਿਲਿਆ, ਅਤੇ ਅਰਥ ਭੇਦ ਵਿੱਚੋਂ ਸਾਨੂੰ ਕਿਸ ਦੀ ਜਾਣਕਾਰੀ ਮਿਲੀ, ਉਸ ਪਾਠ ਵਿੱਚ ਪੜ੍ਹਿਆ ਹੈ।